So let's move on to the next topic, that is apomixis and polyambrone. पिछली वीडियो में मैं बोला सी कि उਦੋਂ ਹੀ ਕੰਪਲੀਟ ਕਰ ਲੈਣੇ ਬਟ ਆਪਦੇ ਆਪ ਹੀ ਰਿਕਾਰਡਿੰਗ ਸਟਾਪ ਹੋ ਗਈ, ਆਈ ਡੋਂਟ ਨੋ ਹਾਊ। ਇਸ ਕਰਕੇ ਮੈਨੂੰ ਨੈਕਸਟ ਪਾਰਟ ਵੀ ਬਣਾਉਣਾ ਪਿਆ। So start ਕਰਦੇ ਹਾਂ। All the seeds in general are the products of fertilization of flowering plants, such as some species of Asteraceae grasses have evolved a special mechanism to produce seeds without fertilization called apomixis। ਹਾਲਾਂਕਿ ਜਿਹੜੇ ਸੀਡਸ ਆ, ਠੀਕ ਹੈ, ਉਹ ਫਰਟੀਲਾਈਜੇਸ਼ਨ ਦੇ ਹੀ ਪ੍ਰੋਡਕਟ ਆ, ਫਰਟੀਲਾਈਜੇਸ਼ਨ ਤੋਂ ਬਾਅਦ ਹੀ ਸੀਡਸ ਬਣਦੇ ਆ, ਹੈ ਨਾ। ਬਟ ਕੁਝ ਫਲਾਵਰਿੰਗ ਪਲਾਂਟਸ ਕੁਝ ਸਪੀਸ਼ੀਜ਼ ਦੇ ਵਿੱਚ, ਹੈ ਨਾ, ਜਿੱਦਾਂ ਕਿ ਐਸਟਰੇਸ਼ੀਆ ਅਤੇ ਗ੍ਰਾਸਿਸ ਹੋ ਗਈ, ਉਹਨਾਂ ਨੇ ਕੀ ਇੱਕ ਸਪੈਸ਼ਲ ਮੈਕੈਨਿਜ਼ਮ ਇਵੋਲਵ ਕੀਤਾ ਹੋਇਆ ਜਿਹੜੇ ਸੀਡਸ ਪ੍ਰੋਡਿਊਸ ਕਰਦੇ ਆ ਵਿਦਆਊਟ ਫਰਟੀਲਾਈਜੇਸ਼ਨ। ਇਟਸ ਨਾਟ ਕਿ ਵਿਦਆਊਟ ਫਰਟੀਲਾਈਜੇਸ਼ਨ ਫਰੂਟ ਪ੍ਰੋਡਿਊਸ ਕਰਦੇ, ਜਿੱਦਾਂ ਕਿ ਬਨਾਨਾ ਦੇ ਵਿੱਚ ਹੁੰਦਾ, ਹੈ ਨਾ। ਬਨਾਨਾ ਦੇ ਵਿੱਚ ਫਰੂਟ ਪ੍ਰੋਡਿਊਸ ਹੁੰਦਾ ਵਿਦਆਊਟ ਫਰਟੀਲਾਈਜੇਸ਼ਨ, ਅਤੇ ਉਹਦੇ ਅੰਦਰ ਤਾਂ ਕਰਕੇ ਸੀਡਸ ਨਹੀਂ ਹੁੰਦੇ ਕਿਉਂਕਿ ਫਰਟੀਲਾਈਜੇਸ਼ਨ ਤੋਂ ਬਿਨਾਂ ਬਣਿਆ। ਬਟ ਇਹਨਾਂ ਦੇ ਵਿੱਚ ਸੀਡਸ ਬਣਦੇ ਆ ਵਿਦਆਊਟ ਫਰਟੀਲਾਈਜੇਸ਼ਨ। ਵਾਓ ਗ੍ਰੇਟ। ਕਿੱਦਾਂ ਬਣਦੇ ਆ ਚਲੋ ਆਪਾਂ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਨਿਊਸੈਲਰ ਸੈੱਲ, ਕੋਈ ਇੱਕ ਨਿਊਸੈਲਰ ਸੈੱਲ ਆ, ਰਾਈਟ। ਨਿਊਸੈਲਰ ਸੈੱਲ ਕੀ ਹੁੰਦਾ? ਵੀ ਆਲ ਨੋ ਦੈਟ ਨਿਊਸੈਲਰ ਸੈੱਲ ਇਜ਼ ਡਿਪਲੋਇਡ। ਨਿਊਸੈਲਰ ਸੈੱਲ ਕੀ ਹੁੰਦਾ? ਡਿਪਲੋਇਡ ਹੁੰਦਾ। ਵਾਓ। ਤੇ ਨਿਊਸੈਲਰ ਸੈੱਲ, ਇੱਕ ਨਿਊਸੈਲਰ ਸੈੱਲ ਮੈਗਾਸਪੋਰ ਮਦਰ ਸੈੱਲ ਦੀ ਤਰ੍ਹਾਂ ਐਕਟ ਕਰਦਾ। ਇਟਸ ਨੋਟ ਐਨੀਥਿੰਗ ਡਿਫਰੈਂਟ। ਤੁਸੀਂ ਕਿਹਾ ਇਹ ਤਾਂ ਆਪਾਂ ਪਹਿਲਾਂ ਵੀ ਪੜ੍ਹ ਲਿਆ, ਇਹ 'ਚ ਕੀ ਡਿਫਰੈਂਟ? ਨਾਓ ਹੇਅਰ ਦ ਡਿਫਰੈਂਸ ਕਮਸ। ਫਿਰ ਮੈਗਾਸਪੋਰ ਮਦਰ ਸੈੱਲ ਮਾਈਟੋਸਿਸ ਕਰਦਾ, ਮਿਓਸਿਸ ਨਹੀਂ ਕਰਦਾ, ਇਹ ਡੂ ਮਾਈਟੋਸਿਸ। ਮਾਈਟੋਸਿਸ ਕਰਕੇ ਉਹ ਐਗ ਸੈੱਲ ਬਣਾ ਲੈਂਦਾ। ਨਹੀਂ ਹੁਣ ਇਹ ਐਗ ਸੈੱਲ ਜਿਹੜਾ ਹੈਗਾ ਮੈਗਾਸਪੋਰ ਮਦਰ ਸੈੱਲ ਦੀ ਮਾਈਟੋਸਿਸ ਤੋਂ ਬਣਿਆ, ਇਸ ਕਰਕੇ ਕੀ ਹੋਊਗਾ? ਡਿਪਲੋਇਡ ਹੋਊਗਾ, ਅਤੇ ਐਗ ਸੈੱਲ ਵਿਦਆਊਟ ਫਰਟੀਲਾਈਜੇਸ਼ਨ ਜ਼ਾਈਗੋਟ ਦੇ ਵਿੱਚ ਕਨਵਰਟ ਹੋ ਗਿਆ। ਇੱਥੇ ਜਦ ਹੈਪਲੋਇਡ ਸੈਲਸ ਬਣੇ ਨਹੀਂ ਤਾਂ ਫਿਊਜ਼ਨ ਦੀ ਲੋੜ ਪਈ ਨਹੀਂ, ਵਿਦਆਊਟ ਫਰਟੀਲਾਈਜੇਸ਼ਨ ਤੋਂ ਜ਼ਾਈਗੋਟ ਬਣ ਗਿਆ। ਵਾਓ ਗ੍ਰੇਟ। ਠੀਕ ਹੈ। ਨਿਊਸੈਲਰ ਸੈੱਲ ਜੋ ਇੱਕ ਸੈੱਲ ਮੈਗਾਸਪੋਰ ਮਦਰ ਸੈੱਲ ਦੀ ਤਰ੍ਹਾਂ ਐਕਟ ਕਰਿਆ, ਉਹਨੇ ਕੀਤੀ ਮਾਈਟੋਸਿਸ, ਐਗ ਸੈੱਲ ਬਣਾਇਆ, ਫਿਰ ਐਗ ਸੈੱਲ 'ਤੇ ਹੋ ਕੇ ਜ਼ਾਈਗੋਟ ਬਣ ਗਿਆ। ਇਹਨੂੰ ਆਪਾਂ ਕਹਿੰਦੇ ਆ ਐਪੋਮਿਕਸਿਸ। ਓਕੇ। ਮੋਸਟ ਆਫ ਦਾ ਟਾਈਮਸ ਜਿਹੜੇ ਸੀਡਸ ਹੁੰਦੇ ਉਹ ਨਿਊਸੈਲਰ ਸੈੱਲ ਤੋਂ ਹੀ ਬਣਦੇ ਆ, ਹੈ ਨਾ। ਕਿ ਨਿਊਸੈਲਰ ਐਪੋਮਿਕਸਿਸ ਦੀ ਗੱਲ ਕਰ ਰਹੇ ਹਾਂ ਕਿ ਨਿਊਸੈਲਰ ਸੈੱਲ 'ਚੋਂ ਕੋਈ ਮੈਗਾਸਪੋਰ ਮਦਰ ਸੈੱਲ ਦੀ ਤਰ੍ਹਾਂ ਐਕਟ ਕਰਦਾ। ਬਟ ਸਮਟਾਈਮਸ ਇਨ ਫਿਊ ਕੇਸਿਸ ਜਿਹੜਾ ਐਗ ਸੈੱਲ ਆ ਔਰ ਯੂ ਕੈਨ ਸੇ ਜਿਹੜਾ ਜ਼ਾਈਗੋਟ ਆ, ਉਹ ਕੀ ਹੈ ਕਿਸੇ ਇੰਟੈਗੂਮੈਂਟ ਦੇ ਸੈੱਲ ਤੋਂ ਵੀ ਬਣ ਸਕਦਾ। ਠੀਕ ਹੈ। ਇਟ ਕੁਡ ਬੀ ਫਰੋਮ ਫਰੋਮ ਦ ਸੈੱਲ ਆਫ ਇੰਟੈਗੂਮੈਂਟ। ਠੀਕ ਹੈ। ਐਸਟਰੇਸ਼ੀਆ ਅਤੇ ਗ੍ਰਾਸਿਸ ਦੇ ਵਰਗੀਆਂ ਕੁਝ ਸਪੀਸ਼ੀਜ਼ ਹੁੰਦੀਆਂ ਨੇ ਜਿਹਨਾਂ ਨੇ ਇੱਕ ਸਪੈਸ਼ਲ ਮੈਕੈਨਿਜ਼ਮ ਇਵੋਲਵ ਕੀਤਾ ਹੋਇਆ ਜਿਹਦੇ ਵਿੱਚ ਸੀਡਸ ਬਣਦੇ ਆ ਵਿਦਆਊਟ ਫਰਟੀਲਾਈਜੇਸ਼ਨ, ਅਤੇ ਇਸ ਮੈਕੈਨਿਜ਼ਮ ਨੂੰ ਆਪਾਂ ਐਪੋਮਿਕਸਿਸ ਕਹਿੰਦੇ ਆ। ਵਟ ਇਜ਼ ਫਰੂਟ ਪ੍ਰੋਡਕਸ਼ਨ ਵਿਦਆਊਟ ਫਰਟੀਲਾਈਜੇਸ਼ਨ ਕਾਲਡ? ਆ ਤਾਂ ਆਪਾਂ ਨੇ ਪੜ੍ਹ ਹੀ ਲਿਆ, ਪਾਰਥੀਨੋਕਾਰਪੀ, ਹੈ ਨਾ, ਪਾਰਥੀਨੋਕਾਰਪੀ। Next, thus apomixis is form of asexual reproduction that mimics sexual reproduction। याद रखना इत्थे asexual की जगह sexual लिख देंगे, तो इत्थे sexual की जगह asexual लिख देंगे, तो तुसीं उत्थे सही कर आओगे। Oh that's wrong। ठीक है। apomixis की है asexual reproduction ਆ। ਇਹ asexual reproduction ਕਿਉਂ? ਬਿਕੋਜ਼ ਇਹਦੇ ਵਿੱਚ ਦੋ ਅਲੱਗ ਅਲੱਗ ਜੀਨੋਮਸ ਦੇ ਗੈਮੀਟਸ ਦੀ ਫਿਊਜ਼ਨ ਤਾਂ ਹੋਈ ਨਹੀਂ। ਠੀਕ ਹੈ। ਇੱਕੋ ਹੀ ਪਲਾਂਟ ਤੋਂ ਸਭ ਕੁਝ ਬਣ ਗਿਆ, ਇੱਕੋ ਹੀ ਸੈੱਲ ਤੋਂ ਸਭ ਕੁਝ ਬਣ ਗਿਆ, ਰਾਈਟ। ਅਤੇ ਇਹ ਹੈਗੀ ਏਸੈਕਸ਼ੁਅਲ ਰਿਪਰੋਡਕਸ਼ਨ ਆ। ਬਟ ਇਹ ਸੈਕਸ਼ੁਅਲ ਰਿਪਰੋਡਕਸ਼ਨ ਮਿਮਿਕ ਕਰਦੀ ਆ। ਮਿਮਿਕ ਕਿਉਂ ਕਰਦੀ ਆ? ਕਿਉਂਕਿ ਸੀਡਸ ਕਿਹਦੇ 'ਚ ਬਣਦੇ ਆ? ਸਿਰਫ ਸੈਕਸ਼ੁਅਲ ਰਿਪਰੋਡਕਸ਼ਨ ਦੇ ਵਿੱਚ ਹੀ ਬਣਦੇ ਆ। ਬਟ ਇਹਦੇ ਵਿੱਚ ਐਪੋਮਿਕਸਿਸ ਦਾ ਏਸੈਕਸ਼ੁਅਲ ਰਿਪਰੋਡਕਸ਼ਨ ਦੇ ਵਿੱਚ ਸੀਡਸ ਬਣ ਰਹੇ ਆ। ਇਸ ਕਰਕੇ ਦਿਸ ਇਜ਼ ਦ ਏਸੈਕਸ਼ੁਅਲ ਰਿਪਰੋਡਕਸ਼ਨ ਦੈਟ ਮਿਮਿਕਸ ਸੈਕਸ਼ੁਅਲ ਰਿਪਰੋਡਕਸ਼ਨ। देयर आर सेवरल वेज ऑफ डेवलपमेंट ऑफ एपोमिक्टिक सीड्स। ठीक है। काफ़ी वेज ने एपोमिक्टिक सीड्स के डिवेलपमेंट दिया। ठीक है। एक वे मैं तुहानूं मोस्ट कॉमन वन दस दित्ती आ। इन सम स्पीशीज द डिप्लॉयड एग सेल इज फॉर्म्ड विदाउट रिडक्शन डिविजन एंड डेवलप्स इनटू द एम्ब्रियो विदाउट फर्टिलाइजेशन। ठीक है। कुछ स्पीशीज ਦੇ ਵਿੱਚ ਜਿਹੜਾ ਡਿਪਲੋਇਡ ਐਗ ਸੈੱਲ ਆ ਰਿਡਕਸ਼ਨ ਡਿਵੀਜ਼ਨ ਤੋਂ ਬਿਨਾਂ ਹੀ ਡਿਵੈਲਪ ਕਰ ਜਾਂਦਾ ਅਤੇ ਅੱਗੇ ਐਂਬਰੀਓ ਦੇ ਵਿੱਚ ਡਿਵੈਲਪ ਹੋ ਜਾਂਦਾ ਵਿਦਾਊਟ ਫਰਟੀਲਾਈਜੇਸ਼ਨ। ਮੋਰ ਓਫਨ ਐਜ਼ ਇਨ ਮਨੀ ਸਿਟਰਸ ਐਂਡ ਮੈਂਗੋ
varieties. Some of the unicellular cells surrounding the embryo sac start dividing and protrude into the embryo sac and develop into the embryos. चलो ਇੱਥੇ ਆਪਣਾ ਜਿਹੜਾ ਟੌਪਿਕ ਆ ਐਪੋਮਿਕਸਿਸ ਫਰਟੀਲਾਈਜੇਸ਼ਨ ਇਸ ਵਰਡ ਦੇ ਉੱਪਰ ਖਤਮ ਹੋ ਗਿਆ। ਠੀਕ ਹੈ, ਇੱਥੇ ਆਪਣਾ ਐਪੋਮਿਕਸਿਸ ਖਤਮ ਹੋ ਗਿਆ। ਨੈਕਸਟ ਕਮਸ ਦਾ ਨੈਕਸਟ ਟੌਪਿਕ ਦੈਟ ਇਜ਼ ਪੋਲੀਐਮਬ੍ਰਿਓਨੀ। ਠੀਕ ਹੈ, ਪੋਲੀਐਮਬ੍ਰਿਓਨੀ ਪੜ੍ਹਨ ਤੋਂ ਪਹਿਲਾਂ ਆਪਾਂ ਪੋਲੀਐਮਬ੍ਰਿਓਨੀ ਜਾਣ ਲੈਂਦੇ ਹਾਂ, ਥੋੜ੍ਹਾ ਜਿਹਾ ਸਮਝ ਲੈਂਦੇ ਹਾਂ। ਕਰੈਕਟ। ਠੀਕ ਹੈ, ਪੋਲੀਐਮਬ੍ਰਿਓਨੀ ਦੇ ਵਿੱਚ ਕੀ ਹੁੰਦਾ? polyembryony sorry polyembryony जनरली आप देखते हैं तो दिस इज न्यूसेलस सपोज। ठीक है, न्यूसेलस है ये आले दुआले इंटैगमेंट्स हैं कोल। ठीक है, इमेजिन कर लो तो वो माइक्रोपाइलर एंड का एक सैल जो मैगास्पोर मदर सैल इंटरैक्ट करता होंगे बट पॉलीएम्ब्रियोनी के इदा नहीं होता। ठीक है, पॉलीएम्ब्रियोनी सपोज दिस इज द न्यूसेलस। ठीक है, तो वो की आ मैगास्पोर मदर सैल इंटरैक्ट करे। ठीक है, न्यूसेलस काफ़ी सारे सैल होंगे, मैनी सैल्स आर देयर यू नो न्यूसेलर सेल्स सारे की होंगे डिप्लॉयड होंगे। वाओ। ठीक है, तो न्यूसेलस के काफ़ी सारे सैल्स जोड़े आ एक्ट करते हैं मैगास्पोर मदर सैल की तरह। जिदा कि ये एक्ट कर लिया, ये भी मैगास्पोर मदर सैल इंटरैक्ट किया, ये भी मैगास्पोर मदर सैल इंटरैक्ट किया, ये भी मैगास्पोर मदर सैल इंटरैक्ट किया। काफ़ी सारे सैल्स मैगास्पोर मदर सैल इंटरैक्ट करे। हुण काफ़ी सारे सैल्स मैगास्पोर मदर सैल इंटरैक्ट करेंगे तो काफ़ी सारे सैल्स जोड़े होमियोसिस करेंगे तो काफ़ी सारे मैगास्पोर्स जनरेट होंगे तो उन्होंने चो काफ़ी सारे डीजनरेट भी होंगे क्योंकि एक मैगास्पोर मदर सैल तो कि जाके एक ही एम्ब्रियो बनना होंगे तो है ना। ये तो भी एम्ब्रियो बन गया, तो भी एम्ब्रियो बन गया, तो भी एम्ब्रियो तो काफ़ी सारे एम्ब्रियो बन गए है ना, ता करके इन्होंने पॉलीएम्ब्रियोनी क्या। ठीक है, दिस इज द रीजन। हुण आप टॉपिक पढ़ लेने कि कहता more often as in many citrus and mango varieties some of the nucellular cells surrounding the embryo sac start dividing। ठीक है, ਸਿਟਰਸ ਅਤੇ ਮੈਂਗੋ ਦੀ ਵੈਰਾਈਟੀਜ਼ ਦੇ ਵਿੱਚ ਕੀ ਹੁੰਦਾ ਕਿ ਕੁਝ ਨਿਊਸੈਲਰ ਸੈਲਸ ਜਿਹੜੇ ਕਿ ਐਮਬ੍ਰਿਓ ਸੈਕ ਨੂੰ ਸਰਾਊਂਡ ਕਰ ਰਹੇ ਹੁੰਦੇ ਆ ਉਹ ਵੀ ਡਿਵਾਈਡ ਕਰਨਾ ਸ਼ੁਰੂ ਕਰ ਦਿੰਦੇ ਆ ਅਤੇ ਉਹ ਐਮਬ੍ਰਿਓ ਸੈਕ ਦੇ ਵਿੱਚ ਪ੍ਰੋਟਰੂਡ ਕਰ ਜਾਂਦੇ ਆ ਅਤੇ ਉਹ ਐਮਬ੍ਰਿਓਸ ਦੇ ਵਿੱਚ ਡਿਵੈਲਪ ਕਰ ਜਾਂਦੇ ਆ। ठीक है, इन सच स्पीशीज़ ईच ओव्यूल कंटेन्स मनी एम्ब्रियोस। ठीक है, तो ये जो स्पीशीज़ के विच हरेक ओव्यूल जिहड़ा आ उहदे विच काफ़ी सारे एम्ब्रियोस प्रेजेंट होंदे ने। आई थिंक बिफोर रीडिंग दिस पॉलीएम्ब्रियोनी आई शुड टेल सम मोर डिटेल टू यू। ठीक है, सब तो पहला आप यही पॉलीएम्ब्रियोनी की गल करते हैं जिन्हां दी इन्हों ने इतने की। ठीक है, सिट्रस ਅਤੇ मैंगो ਦੇ ਵਿੱਚ किस तरह की पॉलीएम्ब्रियोनी ਆਪਾਂ ਨੂੰ देखने ਨੂੰ मिलती है। ठीक है, सिट्रस ਅਤੇ मैंगो ਦੇ ਵਿੱਚ ਕੀ ਹੁੰਦਾ है ना, न्यूसेलर सैल्स ਜਿਹੜੇ ਐਮਬ੍ਰਿਓ ਸੈਕ ਆ ਹੈ ਨਾ, ਜਿਸ ਐਮਬ੍ਰਿਓ ਸੈਕ ਸਪੋਜ਼। ਠੀਕ ਹੈ, ਇੱਕ ਮੈਗਾਸਪੋਰ ਮਦਰ ਸੈਲ ਐਮਬ੍ਰਿਓ ਸੈਕ ਡਿਟਰੈਕਟ ਕੀਤਾ ਤਾਂ ਉਹਨੂੰ ਜਿਹੜੇ न्यूसेलर ਸੈਲਸ ਜਿਹੜੇ ਸਰਾਊਂਡ ਕਰ ਰਹੇ ਹੁੰਦੇ ਹੈ ਨਾ, ਆਹ ਵਾਲਾ ਮੈਨੀ न्यूसेलर ਸੈਲਸ। ਠੀਕ ਹੈ, ਆਹ ਵਾਲਾ ਹੋ ਗਿਆ ਹੈ ਨਾ, ਹੋਰ ਇੱਥੇ ਆਹ ਵਾਲਾ ਹੋ ਗਿਆ ਤਾਂ ਉਹ ਡਿਵਾਈਡ ਕਰਕੇ ਹੋਰ ਐਮਬ੍ਰਿਓ ਸੈਕਸ ਬਣਾ ਲੈਂਦੇ ਆ। ਠੀਕ ਹੈ, तो वो इस एम्ब्रियो सैक के प्रोट्रूड कर जाते हैं और ठीक है समटाइम्स ठीक है वो एम्ब्रियो सैक नहीं भी बनाते, वो एपोमिक्सिस वाला मैथड चूज करते हैं। ठीक है, बहुत सारिया सैलर सैल्स ने। ठीक है, मैं तुहानूं कहा कि इन्होंने उन्होंने होर एम्ब्रियो सैक बना लिया तो की है इन्हों के 2 एक्स सैल इन्होंने जनरेट किए बट जो आ वाला न्यूसेलर सैल है एंड आ वाला न्यूसेलर सैल है इन्होंने की किया, इन्होंने एपोमिक्सिस वाले मैथड के नाल बनाया। ठीक है, सीधा ही एपोमिक्सिस वाले मैथड नाल इन्होंने जाइगोट बन गया। ठीक है, मतलब न्यूसेलर सैल मैगास्पोर मदर सैल डायरैक्ट किया तो उन्हें अगे माइटोसिस करके की बन गया, एग सैल बन गया तो एग सैल सीधा ही जाइगोट के डिवेलप हो गया। तो ये जो फर्टिलाइजेशन होगी हम आपको पता तो है एक स्टिग्मा के उपर एको पोलन तो डिगता नहीं है, काफ़ी सारे पोलन डिगते हैं राइट। तो काफ़ी सारे पोलन जोड़े आ पोलन ट्यूब जो जर्मिनेट भी कर सकती है। इट्स नॉट नैसेसरी कि हर बार सिर्फ कोई पोलन ट्यूब जर्मिनेट करे। ठीक है, तो रेस होंगी उन्होंने भी है ना, तो रेस जरूरी ही नहीं कि हर एक बार कोई बंदा जिते। ठीक है, 2 बंदे भी जित सकते हैं। तो
ਤਾਂ ਮੰਨ ਲਓ ਦੋ ਪੋਲਰ ਜਰਮੀਨੇਟ ਕੀਤੀਆਂ, ਤਾਂ ਇੱਕ ਤਾਂ ਇਹਦੇ ਵਾਲੇ ਨਾਲ ਫਿਊਜ਼ ਹੋ ਗਿਆ ਜਿਹੜਾ ਇਹਨੇ ਐਮਬ੍ਰਿਓ ਸੈਕ ਬਣਾਇਆ, ਠੀਕ ਹੈ, ਇੱਕ ਇਹ ਮੇਨ ਐਮਬ੍ਰਿਓ ਸੈਕ ਨਾਲ ਫਿਊਜ਼ ਹੋ ਗਿਆ, ਇੱਕ ਮੰਨ ਲਓ ਤਿੰਨ ਹੋ ਗਈਆਂ ਇਹਦੇ ਨਾਲ ਵੀ ਫਿਊਜ਼ ਹੋ ਗਿਆ, ਤਾਂ ਤਿੰਨ ਤਾਂ ਐਮਬ੍ਰਿਓ ਇਹਨਾਂ ਕਰਕੇ ਬਣ ਗਏ ਅਤੇ ਦੋ ਇਹ ਐਪੋਮਿਕਸਿਸ ਵਾਲੇ ਮੈਥਡ ਨਾਲ ਬਣ ਗਏ, ਠੀਕ ਹੈ। ਦਿਸ ਇਜ਼ ਕਾਲਡ ਐਡਵੈਂਟਿਵ ਪੋਲੀਮਰੋਨੀ। ਐਡਵੈਂਟਿਵ ਜਦੋਂ ਇੱਕ ਐਮਬ੍ਰਿਓ ਸੈਕ ਦੇ ਆਲੇ ਦੁਆਲੇ ਸੈਲਰ ਸੈਲ ਜਿਹੜੇ ਮਾਈਟੋਸਿਸ ਕਰਕੇ ਐਕਸੈਲ ਬਣਾ ਲੈਂਦੇ ਆ, ਅਤੇ ਉਹਨੂੰ ਆਪਾਂ ਐਡਵੈਂਟਿਵ ਪੋਲੀਮਰੋਨੀ ਕਹਿੰਦੇ ਹਾਂ, ਅਤੇ ਸਿਟਰਸ ਅਤੇ ਮੈਂਗੋ ਦੇ ਵਿੱਚ ਬਹੁਤ ਕਾਮਨ ਆ, ਠੀਕ ਹੈ। ਇਹਨਾਂ ਦੇ ਵਿੱਚ ਸੁਪੀਰੀਅਰ ਵੈਰਾਇਟੀ ਹੁੰਦੀ ਹੈ, ਸੁਪੀਰੀਅਰ ਵੈਰਾਇਟੀ ਉਹ ਵਾਲੀ ਹੁੰਦੀ ਹੈ ਜਿਹੜੀ ਕਿ ਡਾਇਰੈਕਟਲੀ ਐਪੋਮਿਕਸਿਸ ਵਾਲੇ ਮੈਥਡ ਦੇ ਨਾਲ ਡਿਵੈਲਪ ਹੁੰਦੀ ਆ, ਠੀਕ ਹੈ, ਅਤੇ ਮੋਸਟ ਆਫ ਦਾ ਟਾਈਮਸ ਉਹੀ ਵਧੀਆ ਹੁੰਦੀ ਆ। ਅਤੇ ਬਾਕੀ ਇਨਫੀਰੀਅਰ ਵੈਰਾਇਟੀ ਵੀ ਹੋ ਸਕਦੀ ਹੈ ਇੱਕ, ਠੀਕ ਹੈ, ਜਿਹੜੀ ਕਿ ਫਰਟੀਲਾਈਜੇਸ਼ਨ ਨਾਲ ਬਣਦੀ ਹੈ, ਠੀਕ ਹੈ। ਸੋ ਦਿਸ ਇਜ਼ ਵਟ ਪੋਲੀਐਮਬ੍ਰਿਓਨੀ ਇਜ਼ ਕਾਲਡ। ਬਟ ਸਮਟਾਈਮਸ ਜਦੋਂ ਵੀ ਹੁੰਦਾ ਰਾਈਟ, ਆਪਾਂ ਐਮਬ੍ਰਿਓ ਸੈਕ ਦੇਖਦੇ ਹਾਂ, ਐਮਬ੍ਰਿਓ ਸੈਕ ਦੇ ਵਿੱਚ ਸਾਈਨਰਜਿਡਸ ਹੁੰਦੇ ਆ, ਐਂਟੀਪੋਡਲਸ ਹੁੰਦੇ ਆ, ਐਕਸੈਲ ਹੁੰਦਾ ਹੈ ਨਾ। ਆਪਾਂ ਨੇ ਕਿਹਾ ਕਿ ਫਰਟੀਲਾਈਜੇਸ਼ਨ ਤੋਂ ਬਾਅਦ ਸਾਈਨਰਜਿਡਸ ਅਤੇ ਜਿਹੜੇ ਐਂਟੀਪੋਡਲਸ ਨੇ ਉਹ ਡੀਜਨਰੇਟ ਹੋ ਜਾਂਦੇ ਆ। ਬਟ ਸਮਟਾਈਮਸ ਜਦੋਂ ਵੀ ਹੋ ਸਕਦਾ ਕਿ ਸਭ ਕੁਝ ਸਹੀ ਆ ਹੈ ਨਾ, ਇੱਕੋ ਹੀ ਐਮਬ੍ਰਿਓ ਸੈਕ ਬਣਿਆ, ਕੋਈ ਨਹੀਂ ਸੈਲਰ ਪ੍ਰੋਟੀਨ ਨਹੀਂ ਕੀਤਾ, ਕੋਈ ਨਹੀਂ ਸੈਲਰ ਐਕਸਟਰਾ ਨਹੀਂ ਸੈਲਰ ਸੈਲਸ ਜਿਹੜਾ ਆ ਮੈਗਾਸਪੋਰਮ ਦੇ ਸੈਲ ਡਾਇਰੈਕਟ ਨਹੀਂ ਕੀਤਾ, ਬਟ ਦੋ ਪੋਲਰ ਟਿਊਬਸ ਜਰਮੀਨੇਟ ਹੋ ਗਈਆਂ, ਦੋ ਪੋਲਰ ਟਿਊਬਸ ਪਹੁੰਚ ਗਈਆਂ, ਤਾਂ ਇੱਕ ਪੋਲਰ ਟਿਊਬ ਦੇ ਜਿਹੜੇ ਮੇਲ ਗਮੀਟਸ ਨੇ, ਠੀਕ ਹੈ, ਇੱਕ ਤਾਂ ਐਕਸੈਲ ਨਾਲ ਉਹ ਕੀਤਾ ਹੈ ਨਾ, ਫਿਊਜ਼ ਕੀਤਾ, ਦੂਜਾ ਇਹਦੇ ਨਾਲ ਕੀਤਾ, ਬਟ ਦੂਜੀ ਪੋਲਰ ਟਿਊਬ ਦੇ ਹੋ ਸਕਦੇ ਦੋਨੇ ਸਾਈਨਰਜਿਡ ਨਾਲ ਕਰ ਜਾਣ, ਇੱਕ ਸਾਈਨਰਜਿਡ ਨਾਲ ਇੱਕ ਐਂਟੀਪੋਡਲ ਨਾਲ ਕਰ ਜੇ, ਤਾਂ ਉਦੋਂ ਇਹ ਵੀ ਜਿਹੜੇ ਐਮਬ੍ਰਿਓਸ ਦੀ ਤਰ੍ਹਾਂ ਕੀ ਕਰਨਗੇ, ਐਕਟ ਕਰਨਗੇ, ਰਾਈਟ। ਅਤੇ ਇਸ ਤਰ੍ਹਾਂ ਵੀ ਪੋਲੀਐਮਬ੍ਰਿਓਨੀ ਹੋ ਸਕਦੀ ਆ। ਪੋਲੀਐਮਬ੍ਰਿਓਨੀ ਇਜ਼ ਅ ਟਰਮ ਵਿਚ ਸਿੰਪਲੀ ਮੀਨਸ ਦ ਫਾਰਮੇਸ਼ਨ ਆਫ ਮਲਟੀਪਲ ਐਮਬ੍ਰਿਓਸ, ਇਟ ਕੁਡ ਬੀ ਥਰੂ ਐਨੀ ਮੈਥਡ, ਠੀਕ ਹੈ। ਬਟ ਆਪਾਂ ਜਿਹੜਾ ਪੜ੍ਹਦੇ ਹਾਂ ਉਹ ਫਸਟ ਵਾਲਾ ਮੈਥਡ ਆ ਐਡਵੈਂਟਿਵ ਪੋਲੀਐਮਬ੍ਰਿਓਨੀ, ਜਿਹੜਾ ਕਿ ਆਪਾਂ ਨੂੰ ਸਿਲੇਬਸ ਦੇ ਵਿੱਚ ਹੈਗਾ ਗਾ ਕਿ ਨਿਸੈਲਰ ਸੈਲਸ ਜਿਹੜੇ ਉਹਨਾਂ ਦੇ ਵਿੱਚ ਕੁਝ ਐਮਬ੍ਰਿਓ ਸੈਕਸ ਦੇ ਵਿੱਚ ਵੀ ਡਿਵੈਲਪ ਹੋ ਜਾਂਦੇ ਆ ਬਾਈ ਮਿਓਸਿਸ ਐਂਡ ਆਲ, ਜੋ ਜਿਹੜਾ ਮੇਨ ਮੈਥਡ ਆ, ਬਟ ਕੁਝ ਐਪੋਮਿਕਸਿਸ ਵਾਲੇ ਮੈਥਡ ਨਾਲ, ਮਤਲਬ ਕਿ ਜਿਹੜਾ ਨਿਸੈਲਰ ਸੈਲ ਉਹ ਸਿੱਧਾ ਹੀ ਜ਼ਾਈਗੋਟ ਬਣਾ ਲਈ ਹੈ ਨਾ, ਉਸ ਮੈਥਡ ਦੇ ਨਾਲ ਕੀ ਆ ਬਹੁਤ ਸਾਰੇ ਐਮਬ੍ਰਿਓਸ ਪਹੁੰਚ ਜਾਂਦੇ ਆ, ਠੀਕ ਹੈ। ਔਰ ਯੂ ਕੈਨ ਸੇ ਇੱਦਾਂ ਵੀ ਹੋ ਸਕਦਾ ਚਲੋ ਸਭ ਕੁਝ ਸਹੀ ਹੋਇਆ, ਠੀਕ ਹੈ, ਇੱਕੋ ਹੀ ਐਮਬ੍ਰਿਓ ਸੈਕ ਸੀ, ਇੱਕੋ ਹੀ ਪੋਲਰ ਟਿਊਬ ਜਰਮੀਨੇਟ ਹੋਈ, ਇੱਕੋ ਹੀ ਮੇਲ ਗਮੀਟ ਹੈਕਸੈਲ ਨਾਲ ਜਿਹੜਾ ਆ ਉਹ ਕੀ ਹੋਇਆ, ਫਿਊਜ਼ ਹੋਇਆ। ਹਿਊਮਨਸ ਦੇ ਵਿੱਚ ਵੀ ਕਈ ਵਾਰੀ ਕੀ ਹੁੰਦਾ, ਟਵਿਨਸ ਪੈਦਾ ਹੋ ਜਾਂਦੇ ਆ, ਰਾਈਟ। ਉਦੋਂ ਕੀ ਹੁੰਦਾ, ਇੱਕ ਤਾਂ ਟਵਿਨਸ ਉੱਦਾਂ ਹੁੰਦਾ ਕਿ ਦੋ ਵਿਊਲ ਆਏ ਅਤੇ ਦੋ ਵਿਊਲ ਨਾਲ ਦੋ ਸਪਰਮਸ ਜਿਹੜੇ ਆ ਉਹ ਫਿਊਜ਼ ਹੋਏ, ਤਾਂ ਉਸ ਸਮੇਂ ਤਾਂ ਜਿਹੜੇ ਅਨਆਇਡੈਂਟੀਕਲ ਟਵਿਨਸ ਬਣਦੇ ਆ। ਬਟ ਸਮਟਾਈਮਸ ਜਾਂ ਮੋਸਟ ਆਫ ਦਾ ਟਾਈਮਸ ਜਦੋਂ ਟਵਿਨਸ ਪ੍ਰੋਡਿਊਸ ਹੁੰਦੇ ਆ ਤਾਂ ਉਦੋਂ ਇਹ ਹੁੰਦੇ ਆ ਕਿ ਜਿਹੜਾ ਐਕਸੈਲ ਬਣਦਾ ਤਾਂ ਉਹਦੀ ਕਲੀਵੇਜ ਹੋ ਜਾਂਦੀ ਆ, ਉਹ ਡਿਵਾਈਡ ਕਰਦਾ, ਠੀਕ ਹੈ, ਜ਼ਰੂਰੀ ਨਹੀਂ ਇਕੁਅਲੀ ਡਿਵਾਈਡ ਕਰੇ, ਠੀਕ ਹੈ, ਕਿਤੋਂ ਵੀ ਮਤਲਬ ਉਹਦੀ ਕਲੀਵੇਜ ਹੋ ਜਾਂਦੀ ਹੈ, ਤਾਂ ਕਰਕੇ ਹੋ ਕੇ ਦੋ ਇੰਡੀਵਿਜੂਅਲਸ ਬਣ ਜਾਂਦੇ ਆ। ਸੇਮ ਚੀਜ਼ ਪਲਾਂਟਸ ਦੇ ਵਿੱਚ ਵੀ ਤਾਂ ਹੋ ਸਕਦੀ ਆ, ਲਾਈਕ ਵਨ ਐਕਸੈਲ ਇਜ਼ ਦੇਅਰ ਅਤੇ ਉਹਦੇ ਨਾਲ ਇੱਕ ਮਿਲਗਮੀਟ ਬਣਿਆ, ਉਹ ਤੋਂ ਇੱਕੋ ਹੀ ਐਮਬ੍ਰਿਓ ਬਣਨਾ ਸੀ, ਬਟ ਉਹਦੀ ਕਲੀਵੇਜ ਹੋ ਗਈ, ਉਹ ਦੋ ਐਮਬ੍ਰਿਓਸ ਦੇ ਵਿੱਚ ਐਡ ਹੋ ਗਿਆ, ਰਾਈਟ। ਇੱਥੇ ਵੀ ਦੋ ਐਮਬ੍ਰਿਓਸ ਹੋ ਗਏ, ਮੈਨੀ ਐਮਬ੍ਰਿਓਸ, ਪੋਲੀਐਮਬ੍ਰਿਓਨੀ, ਠੀਕ ਹੈ, ਇੱਦਾਂ ਵੀ ਹੋ ਸਕਦੀ ਆ। ਅਤੇ ਮਤਲਬ ਬਹੁਤ ਸਾਰੇ ਤਰੀਕੇ ਨਾਲ ਹੋ ਸਕਦੀ ਆ, ਰਾਈਟ। ਕੁਐਸਚਨ ਸੇਜ਼ ਟੇਕ ਆਊਟ ਸਮ ਸੀਡਸ ਆਫ ਔਰੇਂਜ ਐਂਡ ਸਕਵੀਜ਼ ਦੈਮ, ਠੀਕ ਹੈ, ਕਹਿੰਦੇ ਕੁਛ ਔਰੇਂਜ ਦੇ ਸੀਡਸ ਲਓ ਅਤੇ ਉਹਨਾਂ ਨੂੰ ਸਕਵੀਜ਼ ਕਰ ਦਿਓ। ਓਬਜ਼ਰਵ ਦ ਮੈਨੀ ਐਮਬ੍ਰਿਓਸ ਆਫ ਡਿਫਰੈਂਟ ਸਾਈਜ਼ਿਸ ਐਂਡ ਸ਼ੇਪਸ ਫਰੋਮ ਈਚ ਸੀਡ, ਠੀਕ ਹੈ, ਅਤੇ ਹਰੇਕ ਸੀਡ ਤੋਂ ਕੀ ਹੈ ਅਲੱਗ ਅਲੱਗ ਸਾਈਜ਼ਿਸ ਅਤੇ ਸ਼ੇਪਸ ਦੇ ਜਿਹੜੇ ਆ ਐਮਬ੍ਰਿਓਸ ਤੁਸੀਂ ਬਣਨਗੇ, ਠੀਕ ਹੈ, ਤੁਸੀਂ ਇਹਨਾਂ ਨੂੰ ਓਬਜ਼ਰਵ ਕਰਿਓ। ਕਾਊਂਟ ਦ ਨੰਬਰ ਆਫ ਐਮਬ੍ਰਿਓਸ ਆਫ ਈਚ ਸੀਡਸ, ਠੀਕ ਹੈ, ਹਰੇਕ ਸੀਡ ਦੇ ਵਿੱਚ ਦੇਖੋ ਤੁਹਾਨੂੰ ਕਿੰਨੇ ਐਮਬ੍ਰਿਓਸ ਦੇਖਣ ਨੂੰ ਮਿਲਣਗੇ, ਠੀਕ ਹੈ। ਇੱਕ ਸੀਡ ਦੇ ਵਿੱਚ ਮਲਟੀਪਲ ਐਮਬ੍ਰਿਓਸ ਹੋ ਸਕਦੇ ਆ, ਬਿਕੋਜ਼ ਇੱਕ ਸੀਡ ਓਵਿਊਲ ਤੋਂ ਬਣਦਾ ਹੈ। ਤਾਂ ਅਗਲੀ ਵਾਰ ਜਦੋਂ ਵੀ ਤੁਸੀਂ ਔਰੇਂਜ ਖਾਓ ਜਾਂ ਫਿਰ ਮੈਂਗੋ ਖਾਓ ਤਾਂ ਉਹਦਾ ਸੀਡ ਹੈ ਉਹਨੂੰ ਖੋਲ੍ਹ ਕੇ ਦੇਖਿਓ, ਠੀਕ ਹੈ, ਉਸ ਸੀਡ ਦੇ ਅੰਦਰ ਮਲਟੀਪਲ ਐਮਬ੍ਰਿਓਸ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਆ, ਠੀਕ ਹੈ। ਅਤੇ ਵਟ ਵੁੱਡ ਬੀ ਦ ਜੈਨੇਟਿਕ ਨੇਚਰ ਆਫ ਐਪੋਮਿਕ, ਹੈ ਨਾ, ਦੋ ਤਰ੍ਹਾਂ ਦੇ ਐਮਬ੍ਰਿਓਸ ਹੋਣਗੇ, ਇੱਕ ਤਾਂ ਜਿਹੜੇ ਮਤਲਬ ਆਪਾਂ ਪੜ੍ਹਦੇ ਆ ਨਾ ਸਾਰੀ ਫਰਟੀਲਾਈਜੇਸ਼ਨ ਤੋਂ ਬਾਅਦ ਬਣਦੇ ਆ, ਠੀਕ ਹੈ, ਇੱਕ ਉਹ ਜਿਹੜੇ ਐਪੋਮੈਟ੍ਰਿਕ ਐਮਬ੍ਰਿਓਸ ਹੋਣਗੇ, ਠੀਕ ਹੈ, ਉਹ ਮੈਂ ਤੁਹਾਨੂੰ ਦੱਸ ਦਿੱਤਾ ਕਿ ਕੁਝ ਜਿਹੜੇ ਨੇ ਸੈਲਰ ਸੈਲਸ ਇੱਦਾਂ ਹੀ ਐਮਬ੍ਰਿਓ ਡਿਵੈਲਪ ਹੋ ਜਾਣਗੇ, ਰਾਈਟ, ਜਿੱਦਾਂ ਕਿ ਐਪੋਮਿਕਸਿਸ ਦੇ ਵਿੱਚ ਹੁੰਦਾ, ਜਿਹਨਾਂ ਨੂੰ ਆਪਾਂ ਐਪੋਮੈਟ੍ਰਿਕ ਐਮਬ੍ਰਿਓਸ ਕਹਾਂਗੇ, ਠੀਕ ਹੈ। ਅਤੇ ਉਹਨਾਂ ਦਾ ਜੈਨੇਟਿਕ ਨੇਚਰ ਕੀ ਹੋਊਗਾ, ਦੇ ਵੁੱਡ ਬੀ ਆਈਡੈਂਟੀਕਲ ਟੂ ਦ ਪੈਰੈਂਟ, ਰਾਈਟ, ਅਤੇ ਉਹਨਾਂ ਨੂੰ ਆਪਾਂ ਕਲੋਨਸ ਕਹਿ ਸਕਦੇ, ਓਬਵੀਅਸਲੀ ਆਪਾਂ ਕਹਿ ਸਕਦੇ ਹਾਂ, ਬਿਕੋਜ਼ ਉਹ ਬਿਲਕੁਲ ਆਈਡੈਂਟੀਕਲ ਹੋਣਗੇ ਬਿਨਾਂ ਹੀ ਕਿਸੇ ਫਰਟੀਲਾਈਜੇਸ਼ਨ ਤੋਂ ਜੈਨੇਟਿਕ ਕੰਬੀਨੇਸ਼ਨ ਤੋਂ ਬਣੇ ਆ, ਰਾਈਟ। Hybrid varieties of several of our food and vegetable crops are being extensively cultivated, ਠੀਕ ਹੈ। ਅੱਜ ਕੱਲ੍ਹ ਆਪਾਂ ਜ਼ਿਆਦਾਤਰ ਕੀ ਹਾਈਬ੍ਰਿਡ ਵੈਰਾਈਟੀਜ਼ ਹੀ ਕਲਟੀਵੇਟ ਕਰਦੇ ਹਾਂ। ਹਾਈਬ੍ਰਿਡ ਉਹ ਹੁੰਦੀਆਂ ਨੇ
ਮਤਲਬ ਆਪਾਂ ਨੇ ਦੋ ਅਲੱਗ-ਅਲੱਗ ਉਹਦੇ ਲਏ ਹੈ ਨਾ, ਆਪਣੇ ਡਿਜ਼ਾਇਰੇਬਲ ਤੁਸੀਂ ਕਹਿ ਸਕਦੇ ਹੋ ਸਪੀਸ਼ੀਜ਼ ਲਈਆਂ, ਠੀਕ ਹੈ, ਅਲੱਗ-ਅਲੱਗ ਸਪੀਸ਼ੀਜ਼ ਲਈਆਂ ਅਤੇ ਉਹਨਾਂ ਦੀ ਕ੍ਰੋਸ ਫਰਟੀਲਾਈਜੇਸ਼ਨ ਕਰਾਈ ਅਤੇ ਉਦੋਂ ਬਾਅਦ ਆਪਾਂ ਨੇ ਹਾਈਬ੍ਰਿਡ ਸੀਡਸ ਬਣਾਉਣੇ ਆ, ਠੀਕ ਹੈ। ਮੋਰ ਓਵਰ ਯੂ ਕੈਨ ਸੇ ਲਾਈਕ ਆ ਟਾਲ ਪਲਾਂਟ ਆ ਜਿਹਦੀ ਕਿ ਹੀਲਡ ਘੱਟ ਆ, ਬਟ ਇੱਕ ਸ਼ਾਰਟ ਪਲਾਂਟ ਆ ਜਿਹਦੀ ਹੀਲਡ ਵੱਧ ਆ, ਅਤੇ ਇਹਨਾਂ ਨੂੰ ਆਪਾਂ ਕ੍ਰੋਸ ਕਰਾ ਕੇ ਇੱਕ ਆਪਣਾ ਡਿਜ਼ਾਇਰੇਬਲ ਪ੍ਰੋਡਕਟ ਬਣਾ ਲੈਂਦੇ ਹਾਂ, ਠੀਕ ਹੈ। ਅਤੇ ਇਹ ਤੋਂ ਆਪਾਂ ਹਾਈਬ੍ਰਿਡ ਸੀਡਸ ਬਣਾਉਣੇ ਆ, ਅਤੇ ਹਾਈਬ੍ਰਿਡ ਸੀਡਸ ਜਿਹੜੇ ਉਹ ਕਲਟੀਵੇਟ ਕੀਤੇ ਜਾਂਦੇ ਨੇ, ਹਾਈਬ੍ਰਿਡ ਵੈਰਾਈਟੀਜ਼ ਉਹੀ ਕਲਟੀਵੇਟ ਕਰੀਆਂ ਜਾਂਦੀਆਂ ਨੇ, ਕਿਉਂਕਿ ਉਹਦੇ ਨਾਲ ਵੱਧ ਹੀਲਡ ਨਿਕਲਦੀ ਆ, ਵੱਧ ਮੁਨਾਫਾ ਹੁੰਦਾ ਗਾ, ਠੀਕ ਹੈ। ਇਸ ਕਰਕੇ ਬਟ ਅੱਗੇ ਆਪਾਂ ਹਾਈਬ੍ਰਿਡ ਸੀਡਸ ਨੂੰ ਨਹੀਂ ਬੋ ਸਕਦੇ, ਠੀਕ ਹੈ, ਕਿਉਂਕਿ ਅੱਗੇ ਆਪਾਂ ਹਾਈਬ੍ਰਿਡ ਸੀਡਸ ਨੂੰ ਮਤਲਬ ਸੋ ਕਰਾਂਗੇ ਹੈ ਨਾ, ਤਾਂ ਉਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਵੀ ਕੁਝ ਰਿਸੈਸਿਵ ਕਰੈਕਟਰਸ ਹੋਣਗੇ, ਕੁਝ ਡਿਸੀਜ਼ ਵਾਲੇ ਕਰੈਕਟਰਸ ਹੋਣਗੇ, ਤਾਂ ਜ਼ਰੂਰੀ ਨਹੀਂ ਹੈਗਾ ਕਿ ਅੱਗੇ ਹਾਈਬ੍ਰਿਡ ਸੀਡਸ ਜਦੋਂ ਕ੍ਰੋਸ ਕਰਨ ਤਾਂ ਉਹਨਾਂ ਦੇ ਆਹੀ ਕਰੈਕਟਰਸ ਜਿਹੜੇ ਆ ਕਿ ਮੋਰ ਹੀਲਡ ਐਂਡ ਮੋਰ ਹਾਈਟ ਇਹੀ ਅੱਗੇ ਆਉਣ। ਇੱਦਾਂ ਦੇ ਵੀ ਤਾਂ ਪਲਾਂਟਸ ਗਰੋ ਕਰ ਸਕਦੇ ਆ ਕਿ ਯੀਲਡ ਵੀ ਘੱਟ ਹੋਵੇ ਐਂਡ ਹਾਈਟ ਵੀ ਛੋਟੀ ਹੋਵੇ, ਅਤੇ ਉਹ ਤਾਂ ਡਿਜ਼ਾਇਰੇਬਲ ਨਹੀਂ ਹੋਣਗੇ, ਰਾਈਟ। ਤਾਂ ਆਪਾਂ ਜਦੋਂ ਆਪਾਂ ਹਾਈਬ੍ਰਿਡ ਸੀਡਸ ਯੂਜ਼ ਕਰਦੇ ਹਾਂ ਤਾਂ ਉਹਨਾਂ ਦੇ ਹਾਈਬ੍ਰਿਡ ਪਲਾਂਟਸ ਹੋਏ, ਠੀਕ ਹੈ, ਇਹਨਾਂ ਨੇ ਹਾਈਬ੍ਰਿਡ ਸੀਡਸ ਪ੍ਰੋਡਿਊਸ ਕਰੇ, ਠੀਕ ਹੈ। ਤਾਂ ਆਪਾਂ ਇਹ ਵਾਲੇ ਸੀਡਸ ਜਿਹੜੇ ਆ ਉਹ ਤਾਂ ਆਪਾਂ ਯੂਜ਼ ਕਰ ਲੈਂਦੇ ਹਾਂ, ਠੀਕ ਹੈ। ਹਾਈਬ੍ਰਿਡ ਪਲਾਂਟਸ ਸੋਰੀ ਇਹ ਦੋਨੋਂ ਹਾਈਬ੍ਰਿਡ ਨੇ ਕ੍ਰੋਸ ਕੀਤਾ ਇੱਕ ਪਲਾਂਟ ਬਣਾਇਆ ਉਹਨੇ, ਜਿਹੜੇ ਸੀਡਸ ਪ੍ਰੋਡਿਊਸ ਕਰੇ ਉਹ ਤਾਂ ਆਪਾਂ ਯੂਜ਼ ਕਰ ਲੈਂਦੇ ਹਾਂ, ਬਟ ਜਿਹੜੇ ਉਦੋਂ ਬਾਅਦ ਹਾਈਬ੍ਰਿਡ ਪਲਾਂਟਸ ਬਣੇ, ਕਲਟੀਵੇਸ਼ਨ ਤੋਂ ਬਾਅਦ ਹਾਈਬ੍ਰਿਡ ਪਲਾਂਟਸ ਬਣੇ, ਉਹਨਾਂ ਤੋਂ ਜਿਹੜੇ ਸੀਡਸ ਬਣੇ ਉਹ ਆਪਾਂ ਯੂਜ਼ ਨਹੀਂ ਕਰਦੇ ਅੱਗੇ ਕਲਟੀਵੇਸ਼ਨ ਦੇ ਲਈ, ਕਿਉਂਕਿ ਉਹਨਾਂ ਦੇ ਵਿੱਚ ਉਹ ਕਰੈਕਟਰਸ ਹੋ ਸਕਦੇ ਜਿਹੜੇ ਅਨਡਿਜ਼ਾਇਰੇਬਲ ਹੋਣ, ਕਿਉਂਕਿ ਉਹ ਵੀ ਤਾਂ ਕ੍ਰੋਸ ਫਰਟੀਲਾਈਜੇਸ਼ਨ ਕਰਨਗੇ। ਲੈਟ ਮੀ ਟੈਲ ਇਟ ਅਗੇਨ, ਆਪਾਂ ਨੇ ਇੱਕ ਟੌਲ ਅਤੇ ਘੱਟ ਹੀਲ ਵਾਲੇ ਪਲਾਂਟ ਨੂੰ ਕ੍ਰੋਸ ਕਰਾਇਆ ਇੱਕ ਸ਼ਾਰਟ ਅਤੇ ਵੱਧ ਹੀਲ ਵਾਲੇ ਪਲਾਂਟ ਦੇ ਨਾਲ, ਅਤੇ ਉਹਦੇ ਨਾਲ ਆਪਾਂ ਨੇ ਇੱਕ ਇਹੀ ਜਿਹੀ ਅਲੱਗ-ਅਲੱਗ ਸਪੀਸ਼ੀਜ਼ ਨੇ ਸਪੋਜ਼, ਠੀਕ ਹੈ, ਤਾਂ ਹੀ ਹਾਈਬ੍ਰਿਡ ਬਣੂਗਾ। ਇੱਕ ਇਹੀ ਜਿਹੀ ਸਪੀਸ਼ੀਜ਼ ਬਣਾਈ, ਇੱਕ ਇਹੀ ਜਿਹਾ ਹਾਈਬ੍ਰਿਡ ਬਣਾਇਆ ਜਿਹੜਾ ਕਿ ਟੌਲ ਵੀ ਆ ਐਂਡ ਉਹਦੀ ਹੀਲ ਵੀ ਵੱਧ ਆ, ਠੀਕ ਹੈ, ਅਤੇ ਉਹਦੇ ਸੀਡਸ ਨੂੰ ਕਲੈਕਟ ਕਰ ਲਿਆ। ਫਿਰ ਉਹਦੇ ਸੀਡਸ ਨੂੰ ਕਲੈਕਟ ਕਰਨ ਤੋਂ ਬਾਅਦ ਆਪਾਂ ਨੇ ਉਹਨਾਂ ਨੂੰ ਸੋ ਕਰਿਆ, ਤਾਂ ਸਾਰੇ ਆਪਣੇ ਕਿੱਦਾਂ ਦੇ ਬਣੇ, ਟੌਲ ਅਤੇ ਵੱਧ ਹੀਲ ਵਾਲੇ ਬਣੇ, ਠੀਕ ਹੈ, ਓਕੇ। ਆਪਣੀ ਝਾੜ ਵੱਧ ਨਿਕਲ ਗਈ, ਆਪਾਂ ਨੂੰ ਬਹੁਤ ਮੁਨਾਫਾ ਹੋਇਆ ਨਾਲ, ਠੀਕ ਹੈ। ਪਰ ਇਹਨਾਂ ਨੇ ਵੀ ਕੁਝ ਸੀਡਸ ਬਣਾਏ, ਠੀਕ ਹੈ, ਜਦੋਂ ਇਹ ਗਰੋ ਹੋਣਗੇ ਤਾਂ ਇਹਨਾਂ ਨੇ ਵੀ ਤਾਂ ਕੁਝ ਸੀਡਸ ਬਣਾਏ ਹੋਣਗੇ, ਤਾਂ ਹੁਣ ਸੀਡਸ ਜ਼ਰੂਰੀ ਥੋੜ੍ਹੀ ਆ ਕਿ ਸਾਰੇ ਆਪਣੇ ਡਿਜ਼ਾਇਰੇਬਲ ਹੀ ਹੋਣ, ਕੁਝ ਹੋ ਸਕਦੇ ਆ ਅੱਗੇ, ਕੁਝ ਹੋ ਸਕਦੇ ਹੈਗੇ ਕਿ ਟੌਲ ਐਂਡ ਮੋਰੀ ਵਾਲੇ ਹੋ ਸਕਦੇ ਆ, ਬਟ ਮੋਸਟ ਆਫ ਦ ਟਾਈਮ ਜਿਹੜੇ ਮੋਸਟ ਆਫ ਦੈਮ ਹੁੰਦੇ ਆ ਉਹ ਅਨਡਿਜ਼ਾਇਰੇਬਲ ਹੀ ਹੁੰਦੇ ਆ। ਬਹੁਤ ਸਾਰੇ ਇੱਦਾਂ ਦੇ ਬਣਨਗੇ ਜਿਹੜੇ ਸ਼ਾਰਟ ਹੋਣ, ਕਿਉਂਕਿ ਅੱਗੇ ਵੀ ਤਾਂ ਕ੍ਰੋਸ ਫਰਟੀਲਾਈਜੇਸ਼ਨ ਹੋਊਗੀ ਨਾ, ਇਹ ਵਾਲਾ ਇਹਦੇ ਨਾਲ ਕ੍ਰੋਸ ਕਰੂਗਾ ਤਾਂ ਉਹਦੇ ਜਿਹੜੇ ਰਿਸੈਸਿਵ ਕਰੈਕਟਰਸ ਹੋਣਗੇ ਜਿਹੜੇ ਆਪਾਂ ਨੇ ਦਬਾਈ ਸੀਗੇ ਉਹ ਉੱਭਰ ਕੇ ਆ ਸਕਦੇ ਨੇ ਸਾਹਮਣੇ, ਰਾਈਟ, ਠੀਕ ਹੈ। ਹੀਲਡ ਵੀ ਘੱਟ ਹੋਵੇ ਐਂਡ ਛੋਟਾ ਵੀ ਹੋਵੇ, ਇੱਦਾਂ ਦੇ ਪਲਾਂਟਸ ਬਣ ਸਕਦੇ ਆ। ਇਸ ਕਰਕੇ ਆਪਾਂ ਹਾਈਬ੍ਰਿਡ ਪਲਾਂਟਸ ਤੋਂ ਜਿਹੜੇ ਅੱਗੇ ਬੀਜ ਬਣਦੇ ਆ ਉਹ ਆਪਾਂ ਨਹੀਂ ਯੂਜ਼ ਕਰਦੇ, ਠੀਕ ਹੈ। ਉਹ ਲਾਈਕ ਆਪਾਂ ਕਣਕ ਦੀ ਗੱਲ ਕਰ ਲੈਂਦੇ ਹਾਂ, ਹੈ ਨਾ, ਕਣਕ ਦੇ ਵਿੱਚ ਆਪਾਂ ਸਿਰਫ ਆਹੀ ਇੱਕ ਵਾਰੀ ਬਹੁਤ ਹੀ ਉਹਦੇ ਬਾਅਦ ਨੈਕਸਟ ਈਅਰ ਆਪਾਂ ਸੋ ਕਰਨ ਦੇ ਲਈ ਨਵੇਂ ਹਾਈਬ੍ਰਿਡ ਸੀਡਸ ਖਰੀਦਾਂਗੇ, ਨੋਟ ਉਹ ਵਾਲੇ ਜਿਹੜੇ ਆਪਾਂ ਨੇ ਹਾਰਵੈਸਟ ਕਰੇ ਆ ਉਹ ਵਾਲੀ ਕਣਕ ਨੂੰ ਆਪਾਂ ਨਹੀਂ ਸੋ ਕਰਦੇ ਹੈਗੇ, ਠੀਕ ਹੈ, ਬਿਕੋਜ਼ ਉਹਨਾਂ ਦੇ ਵਿੱਚ ਅਨਡਿਜ਼ਾਇਰੇਬਲ ਕੈਰੈਕਟਰਸ ਜ਼ਿਆਦਾ ਉੱਭਰ ਕੇ ਬਾਹਰ ਆਉਂਦੇ ਆ, ਰਾਈਟ। ਅਤੇ ਇਸੇ ਕਰਕੇ ਕਾਫੀ ਜ਼ਿਆਦਾ ਖਰਚਾ ਹੁੰਦਾ ਖੇਤੀ ਦਾ, ਕਿਉਂਕਿ ਹਾਈਬ੍ਰਿਡ ਸੀਡਸ ਆਰ ਵੈਰੀ ਐਕਸਪੈਂਸਿਵ, ਠੀਕ ਹੈ। ਅਤੇ ਆਏ ਸਾਲ ਹਾਈਬ੍ਰਿਡ ਸੀਡਸ ਖਰੀਦਣੀ, ਪੁਰਾਣੇ ਸਾਲ ਤੁਸੀਂ ਝਾੜ ਕੱਢਿਆ ਉਹਨੂੰ ਨਹੀਂ ਬੋ ਸਕਦੇ, ਹੈ ਨਾ, ਜਿਹੜਾ ਤੁਹਾਡਾ ਝਾੜ ਨਿਕਲਿਆ ਉਹ ਘੱਟ ਪੈਸੇ ਦੇ ਵਿੱਚ ਵਿਕਦਾ, ਅਤੇ ਜਿਹੜੇ ਹਾਈਬ੍ਰਿਡ ਸੀਡਸ ਤੁਹਾਨੂੰ ਖਰੀਦਣੇ ਪੈਂਦੇ ਉਹ ਮਹਿੰਗੇ ਹੁੰਦੇ ਆ। ਇਸ ਕਰਕੇ ਕਾਫੀ ਨੂੰ ਕਿਸਾਨਾਂ ਨੂੰ ਕੀ ਲੋਸ ਵੀ ਹੁੰਦਾ ਗਾ, ਜਿਹੜੇ ਬਹੁਤ ਘੱਟ ਬਿੱਘਾ 2 ਬਿੱਘਿਆਂ ਦੇ ਵਿੱਚ ਹੈ ਨਾ, ਬਹੁਤ ਘੱਟ ਜ਼ਮੀਨ ਦੇ ਵਿੱਚ ਖੇਤੀ ਕਰਦੇ ਆ ਕੈਨ ਸੇ, ਠੀਕ ਹੈ, ਉਹਨਾਂ ਨੂੰ ਲੋਸ ਵੀ ਹੋ ਸਕਦਾ ਇਹਦੇ ਨਾਲ, ਠੀਕ ਹੈ। ਇਸ ਕਰਕੇ ਆਪਾਂ ਨੂੰ ਕੁਝ ਇਹੋ ਜਿਹਾ ਮੈਥਡ ਚਾਹੀਦਾ ਕਿ ਜਿਹਦੇ ਨਾਲ ਆਪਾਂ ਨੂੰ ਹਰ ਵਾਰ ਕੀ ਆ ਸੀਡਸ ਨਾ ਖਰੀਦਣੇ ਪੈਣ, ਠੀਕ ਹੈ। ਆਪਾਂ ਨੂੰ ਪੈਰੈਂਟਲ ਕੈਰੈਕਟਰ ਹੀ ਅੱਗੇ ਸੀਡਸ ਦੇ ਵਿੱਚ ਮਿਲ, ਠੀਕ ਹੈ, ਲਾਈਨ ਨੋਟ ਕਰੋ, ਪੈਰੈਂਟਲ ਕੈਰੈਕਟਰ ਹੀ ਅੱਗੇ ਸੀਡਸ ਦੇ ਵਿੱਚ ਮਿਲ, ਆਪਾਂ ਨੂੰ ਕਦੇ ਮਿਲਦੇ ਐਪੋਮਿਕਸਿਸ ਦੇ ਵਿੱਚ ਮਿਲਦੇ ਆ ਨਾ, ਕਿਉਂਕਿ ਐਪੋਮਿਕਸਿਸ ਦੇ ਵਿੱਚ ਜਿਹੜੇ ਸੀਡਸ ਨੇ ਵਿਦਆਊਟ ਫਰਟੀਲਾਈਜੇਸ਼ਨ ਪ੍ਰੋਡਿਊਸ ਹੁੰਦੇ ਆ, ਠੀਕ ਹੈ। ਵਿਦਆਊਟ ਫਰਟੀਲਾਈਜੇਸ਼ਨ ਸੀਡਸ ਪ੍ਰੋਡਿਊਸ ਹੋਣਗੇ, ਇਹਦਾ ਮਤਲਬ ਸਿਰਫ ਤੇ ਉਹ ਕਲੋਨਸ ਹੀ ਹੋਣਗੇ, ਠੀਕ ਹੈ। ਅਤੇ ਆਪਾਂ ਆਪਣੀ ਇਹ ਇੱਕ ਡਿਜ਼ਾਇਰੇਬਲ ਕਰੈਕਟਰਿਸਟਿਕ ਆ ਕਿ ਆਪਾਂ ਆਪਾਂ ਕੀ ਕਰਾਂਗੇ, ਆਪਾਂ ਚਾਹਾਂਗੇ ਕਿ ਜਿਹੜੇ ਹਾਈਬ੍ਰਿਡ ਪਲਾਂਟਸ ਹੋਣ ਉਹਨਾਂ ਦੇ ਵਿੱਚ ਐਪੋਮਿਕਸਿਸ ਹੋਵੇ, ਠੀਕ ਹੈ, ਉਹਨਾਂ ਦੇ ਵਿੱਚ ਐਪੋਮਿਕ ਸੀਡਸ ਹੀ ਬਣਨ, ਠੀਕ ਹੈ। ਇਸ ਕਰਕੇ ਆਪਾਂ ਜਿਹੜੇ ਉਹਨਾਂ ਤੋਂ ਸੀਡਸ ਬਣਨ ਉਹਨਾਂ ਨੂੰ ਹੀ ਅਗਲੇ ਸਾਲ ਸੋ ਕਰ ਸਕੀਏ, ਆਪਾਂ ਨੂੰ ਹਰ ਸਾਲ ਨਵੇਂ ਹਾਈਬ੍ਰਿਡ ਸੀਡਸ ਨੂੰ ਖਰੀਦਣ ਦੀ ਲੋੜ ਨਾ ਪਵੇ, ਠੀਕ ਹੈ।
ਹਾਈਬ੍ਰਿਡ ਵੈਰਾਈਟੀਜ਼ ਆਫ ਸੈਵਰਲ ਆਫ ਆਰ ਫੂਡ ਐਂਡ ਵੈਜੀਟੇਬਲ ਕ੍ਰੌਪਸ ਆਰ ਬੀਇੰਗ ਐਕਸਟੈਂਸਿਵਲੀ ਕਲਟੀਵੇਟਡ, ਠੀਕ ਹੈ। ਫੂਡ ਅਤੇ ਵੈਜੀਟੇਬਲ ਕ੍ਰੌਪਸ ਦੀ ਜਿਹੜੀ ਹਾਈਬ੍ਰਿਡ ਵੈਰਾਈਟੀਜ਼ ਨੇ ਉਹਨਾਂ ਨੂੰ ਆਪਾਂ ਬਹੁਤ ਜ਼ਿਆਦਾ ਕਲਟੀਵੇਟ ਕਰਦੇ ਹਾਂ। ਕਲਟੀਵੇਸ਼ਨ ਆਫ ਹਾਈਬ੍ਰਿਡਸ ਹੈਜ਼ ਟ੍ਰੈਮੈਂਡਸਲੀ ਇਨਕਰੀਜ਼ਡ ਪ੍ਰੋਡਕਟਿਵਿਟੀ, ਤੇ ਇਹਨਾਂ ਦੀ ਪ੍ਰੋਡਕਟਿਵਿਟੀ ਬਹੁਤ ਕਈ ਗੁਣਾ ਤੇ ਕਿ 10 ਗੁਣਾ ਤੱਕ ਵੱਧ ਚੁੱਕੀ ਆ, ਠੀਕ ਹੈ। ਆਫਟਰ ਗ੍ਰੀਨ ਰੈਵੋਲੂਸ਼ਨ ਯੂ ਕੈਨ ਸੀ one of the problem of hybrids is that hybrid seeds have to be produced every year, ठीक है। बट hybrids ਦੀ ਇੱਕ ਪ੍ਰੋਬਲਮ ਆ ਕਿ hybrid seeds ਹਰ ਸਾਲ ਪ੍ਰੋਡਿਊਸ ਕਰਨੇ ਪੈਂਦੇ ਆ, ਠੀਕ ਹੈ। ਤੇ ਹਰ ਸਾਲ ਪ੍ਰੋਡਿਊਸ ਕਰਨੇ ਪੈਂਦੇ ਆ, ਹਰ ਸਾਲ ਲੈਬ ਦੇ ਵਿੱਚ hybrid seeds ਪ੍ਰੋਡਿਊਸ ਹੁੰਦੇ ਆ ਤੇ ਹਰ ਸਾਲ ਜਿਹੜੇ ਕਿਸਾਨ ਇਹਨਾਂ ਨੂੰ ਖਰੀਦਦੇ ਆ, ਇਸ ਕਰਕੇ ਇਹਦਾ ਬਹੁਤ ਜ਼ਿਆਦਾ ਖਰਚਾ ਆਉਂਦਾ, ਠੀਕ ਹੈ। ਤੇ ਇਸ ਖਰਚੇ ਨੂੰ ਘਟਾਉਣ ਦੇ ਲਈ ਕੋਈ ਨਾ ਕੋਈ ਮੈਥਡ ਤਾਂ ਲੱਭਣਾ ਪੈਣਾ, ਹੈ ਨਾ। If the seeds collected from hybrids are sown, the plants in the progeny will segregate and do not maintain hybrid characters, ਠੀਕ ਹੈ। ਪਰ ਇਹੋ ਹੀ ਗੱਲ ਕਹੀ ਆ ਕਿ ਜਿਹੜੇ ਆਪਾਂ ਨੇ ਹਾਈਬ੍ਰਿਡਸ ਗਰੋ ਹੋਏ, ਠੀਕ ਹੈ, ਉਹਨਾਂ ਤੋਂ ਜਿਹੜੇ ਸੀਡਸ ਬਣੇ ਜੇ ਆਪਾਂ ਉਹਨਾਂ ਨੂੰ ਸੋ ਕਰਾਂਗੇ, ਠੀਕ ਹੈ, ਤਾਂ ਜਿਹੜੇ ਆਪਣੇ ਡਿਜ਼ਾਇਰਬਲ ਕਰੈਕਟਰ ਸੀਗੇ ਉਹ ਸੈਗਰੀਗੇਟ ਕਰ ਜਾਣਗੇ, ਕਿਉਂਕਿ ਹਾਈਬ੍ਰਿਡਸ ਵੀ ਤਾਂ ਕ੍ਰਾਸ ਫਰਟੀਲਾਈਜੇਸ਼ਨ ਕਰਨਗੇ, ਠੀਕ ਹੈ। ਜਿਹੜੇ ਆਪਣੇ ਡਿਜ਼ਾਇਰਬਲ ਕਰੈਕਟਰ ਸੀਗੇ ਟੌਲ ਅਤੇ ਵਧੀ ਵਾਲੇ ਪਲਾਂਟਸ ਹੋਣ, ਠੀਕ ਹੈ, ਉਹ ਸੈਗਰੀਗੇਟ ਕਰਕੇ ਅਤੇ ਮਿਲ ਗਏ ਉਹ ਵਾਲੇ ਕਰੈਕਟਰਸ, ਠੀਕ ਹੈ, ਫਿਊਜ਼ ਹੋ ਗਏ ਜਿਹੜੇ ਕਿ ਸ਼ਾਰਟ ਅਤੇ ਘੱਟ ਹੀਲ ਵਾਲੇ ਪਲਾਂਟਸ, ਠੀਕ ਹੈ। ਜਿਹੜੇ ਅਨਡਿਜ਼ਾਇਰਬਲ ਕਰੈਕਟਰ ਸੀਗੇ, ਠੀਕ ਹੈ, ਉਹ ਜਿਹੜੇ ਆ ਉਹ ਬਚ ਗਏ, ਠੀਕ ਹੈ। ਅਤੇ ਫਿਰ ਆਪਾਂ ਸੋ ਕਰਾਂਗੇ ਤਾਂ ਆਪਣੀ ਉਨੀ ਝਾੜ ਨਹੀਂ ਨਿਕਲੂਗੀ, ਉਨੀ ਨਹੀਂ ਨਿਕਲੂਗੀ, ਐਂਡ ਇਟ ਇਜ਼ ਨੋਟ ਦ ਥਿੰਗ ਦੈਟ ਵੀ ਡਿਜ਼ਾਇਰ, ਰਾਈਟ। ਅਤੇ ਹਾਈਬ੍ਰਿਡ ਕਰੈਕਟਰਸ ਮੇਨਟੇਨ ਨਹੀਂ ਹੋਏ, ਠੀਕ ਹੈ। ਹਾਈਬ੍ਰਿਡ ਕਰੈਕਟਰਸ ਜਿਹੜੇ ਉਹ ਸੈਗਰੀਗੇਟ ਕਰਕੇ ਅਤੇ ਜਿਹੜੇ ਹਾਈਬ੍ਰਿਡ ਕਰੈਕਟਰਸ ਆ ਜਿਹੜੇ ਡਿਜ਼ਾਇਰਬਲ ਕਰੈਕਟਰਸ ਉਹ ਮੇਨਟੇਨ ਨਹੀਂ ਹੋਏ, ਰਾਈਟ। ਪ੍ਰੋਡਕਸ਼ਨ ਆਫ ਹਾਈਬ੍ਰਿਡ ਸੀਡਸ ਇਜ਼ ਕੋਸਟਲੀ, ਠੀਕ ਹੈ। ਹਾਈਬ੍ਰਿਡ ਸੀਡ ਨੂੰ ਆਏ ਸਾਲ ਪ੍ਰੋਡਿਊਸ ਕਰਨਾ ਇਟ ਇਜ਼ ਵੈਰੀ ਕੋਸਟਲੀ ਐਂਡ ਹੈਂਸ ਦ ਕੋਸਟ ਆਫ ਹਾਈਬ੍ਰਿਡ ਸੀਡਸ ਬਿਕਮ ਟੂ ਐਕਸਪੈਂਸਿਵ ਫॉर ਦ ਫਾਰਮਰਸ। ਅਤੇ ਹੁਣ ਜੇ ਕੋਸਟਲੀ ਪ੍ਰੋਡਿਊਸ ਹੋਣਗੇ ਹਾਈਬ੍ਰਿਡ ਸੀਡਸ ਤਾਂ ਕੋਸਟਲੀ ਵਿਕਣਗੇ ਵੀ ਅਤੇ ਕੋਸਟਲੀ ਖਰੀਦੇ ਵੀ ਜਾਣਗੇ, ਹੈ ਨਾ। ਤਾਂ ਫਾਰਮਰਸ ਨੂੰ ਬਹੁਤ ਮਹਿੰਗੇ ਹਾਈਬ੍ਰਿਡ ਸੀਡਸ ਆਏ ਸਾਲ ਖਰੀਦਣੇ ਪੈਂਦੇ ਅਤੇ ਇਹਦੀ ਉਹਨਾਂ ਨੂੰ ਬਹੁਤ ਜ਼ਿਆਦਾ ਖਰਚਾ ਆਉਂਦਾ, ਰਾਈਟ। ਇਫ ਦੀਜ਼ ਹਾਈਬ੍ਰਿਡਸ ਆਰ ਮੇਡ ਇਨ ਟੂ ਐਪੋਮਿਕਸ, ਪਰ ਜੇ ਆਪਾਂ ਇਹਨਾਂ ਹਾਈਬ੍ਰਿਡਸ ਨੂੰ ਐਪੋਮਿਕਸ ਦੇ ਵਿੱਚ ਬਣਾ ਦਈਏ, ਮਤਲਬ ਇਹਨਾਂ ਦੇ ਵਿੱਚ ਜਿਹੜੇ ਸੀਡਸ ਆ ਵਿਦਆਊਟ ਫਰਟੀਲਾਈਜੇਸ਼ਨ ਹੀ ਪ੍ਰੋਡਿਊਸ ਹੋਣ, ਤਾਂ ਕੋਈ ਵੀ ਸੈਗਰੀਗੇਸ਼ਨ ਹੋਊਗੀ ਹੀ ਨਹੀਂ, ਠੀਕ ਹੈ। ਸੈਗਰੀਗੇਸ਼ਨ ਕਿਉਂ ਨਹੀਂ ਹੋਊਗੀ? ਬਿਕੋਜ਼ ਕ੍ਰਾਸ ਫਰਟੀਲਾਈਜੇਸ਼ਨ ਤਾਂ ਹੋਈ ਹੀ ਨਹੀਂ, ਠੀਕ ਹੈ। ਉਹ ਤੋਂ ਪਲਾਂਟ ਤੋਂ ਹੀ ਕਲੋਨ ਬਣਿਆ, ਠੀਕ ਹੈ। ਮਤਲਬ ਜਿੱਦਾਂ ਦੇ ਪੇਰੈਂਟਸ ਹੋਣਗੇ ਐਗਜ਼ੈਕਟ ਸੇਮ ਟੂ ਸੇਮ ਉੱਦਾਂ ਦੇ ਬੱਚੇ ਹੋਣਗੇ, ਰਾਈਟ। ਦੇਰ ਇਜ਼ ਨੋ ਸੈਗਰੀਗੇਸ਼ਨ ਆਫ ਕਰੈਕਟਰਸ ਇਨ ਦ ਹਾਈਬ੍ਰਿਡ ਪ੍ਰੋਜੈਨੀ, ਤਾਂ ਕੋਈ ਵੀ ਹਾਈਬ੍ਰਿਡ ਪ੍ਰੋਜੈਨੀ ਦੇ ਵਿੱਚ ਕਰੈਕਟਰ ਦੀ ਸੈਗਰੀਗੇਸ਼ਨ ਨਹੀਂ ਹੋਗੀ, ਰਾਈਟ। then the farmers can keep on using the